ITC ਨੈਟਵਰਕ ਦੀ ਖਾਸ ਧਾਰਮਿਕ ਪੇਸ਼ਕਸ਼ ਸਿੱਖ ਸਰਗਰਮੀਆਂ ਲੈ ਕੇ ਹਾਜ਼ਰ ਹਾਂ ਮੈਂ ਮਨਿੰਦਰ ਸਿੰਘ ਮੋਂਗਾ। ਸਾਡੇ ਇਸ ਪ੍ਰੋਗਰਾਮ ਵਿੱਚ ਅਸੀਂ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿਭਾਈਆਂ ਜਾ ਰਹੀਆਂ ਵਡਮੁੱਲੀਆਂ ਸੇਵਾਵਾਂ ਤੋਂ ਆਪ ਜੀ ਨੂੰ ਜਾਣੂ ਕਰਵਾਉਂਦੇ ਹਾਂ ਅਤੇ ਇਸ ਦੇ ਨਾਲ ਪਾਵਨ ਪਿੱਤਰ ਇਤਿਹਾਸਿਕ ਦਿਹਾੜਿਆਂ ਦੀ ਮਹੱਤਤਾ ਆਪ ਜੀ ਨਾਲ ਸਾਂਝੀ ਕਰਦੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕੇ ਦੀਆਂ ਸਰਗਰਮੀਆਂ ਦੇ ਨਾਲ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਯੋਗਦਾਨ ਪਾਇਆ ਗਿਆ ਹੈ। ਇਸੇ ਤਹਿਤ ਕੈਨੇਡਾ ਵਸਦੇ ਗੁਰਚਰਨ ਸਿੰਘ ਬਨਵੈਤ ਦੀ ਅਗਵਾਈ ਹੇਠ 8 ਮੈਂਬਰੀ ਜੱਥਾ ਇੱਕ ਵਿਸ਼ੇਸ਼ ਬੱਸ ਦੇ ਰਾਹੀਂ 17 ਦੇਸ਼ਾਂ ਦੀ ਯਾਤਰਾ ਕਰਦਾ ਹੋਇਆ 2 ਮਹੀਨੇ ਦੇ ਸਫ਼ਰ ਤੋਂ ਬਾਅਦ ਭਾਰਤ ਪਹੁੰਚਿਆ। ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਭਾਰਤ ਪਹੁੰਚਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਜੱਥੇ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਕੈਨੇਡਾ ਤੋਂ ਵਿਸ਼ਵ ਯਾਤਰਾ ਤੇ ਨਿਕਲੇ ਸਿੱਖ ਸ਼ਰਧਾਲੂਆਂ ਦਾ ਬੀਤੇ ਦਿਨੀ ਅੰਮ੍ਰਿਤਸਰ ਪੁੱਜਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕੈਨੇਡਾ ਦੇ ਟੋਰਾਂਟੋ ਤੋਂ ਕਰੀਬ 2 ਮਹੀਨੇ ਪਹਿਲਾਂ ਸ਼ੁਰੂ ਹੋਈ ਇਹ ਯਾਤਰਾ ਵੱਖ-ਵੱਖ ਦੇਸ਼ਾਂ ਤੋਂ ਹੁੰਦੀ ਹੋਈ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਤੋਂ ਸ਼੍ਰੀ ਨਨਕਾਣਾ ਸਾਹਿਬ ਤੋਂ ਬਾਅਦ ਵਾਹਗਾ ਅਟਾਰੀ ਸਰਹੱਦ ਰਾਹੀਂ ਬੀਤੇ ਦਿਨੀ ਸ਼੍ਰੀ ਅੰਮ੍ਰਿਤਸਰ ਵਿਖੇ ਪੁੱਜੀ। ਯਾਤਰਾ ਵਿੱਚ ਸ਼ਾਮਲ ਇਹ ਸ਼ਰਧਾਲੂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਪੁੱਜੇ, ਜਿੱਥੇ ਉਹਨਾਂ ਦਾ ਮੁੱਖ ਸਕੱਤਰ ਡਾਕਟਰ ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਟ ਤੇ ਹੋਰ ਅਧਿਕਾਰੀਆਂ ਨੇ ਸਨਮਾਨ ਕੀਤਾ। ਸਰਦਾਰ ਗੁਰਚਰਨ ਸਿੰਘ ਬਨਵੈਤ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਅਕੀਦਤ ਭੇਟ ਕਰਨ ਨਿਕਲੇ ਇਸ ਜੱਥੇ ਵਿੱਚ 8 ਮੈਂਬਰ ਸ਼ਾਮਲ ਸਨ। ਸਰਦਾਰ ਬਨਵੈਤ ਨੇ ਜਾਣਕਾਰੀ ਦਿੰਦਿਆਂ ਦੱਸਿਆ, ਇਮਰਾਨ ਖਾਨ ਸਾਹਿਬ ਉਹਨਾਂ ਨੇ ਅਨਾਉਂਸਮੈਂਟ ਕੀਤਾ ਕਰਤਾਰਪੁਰ ਕੋਰੀਡੋਰ ਦਾ, ਤੇ ਅਸੀਂ ਉੱਥੇ ਸੀਗੇ ਤੇ ਅਸੀਂ ਦਿਮਾਗ ਦੇ ਵਿੱਚ ਸੋਚਿਆ ਕਿ ਬਾਹਰ ਦੇ ਸਿੱਖ ਆ ਜਿਹੜੇ ਉਹ ਕੀ ਕਰਨਗੇ, ਤੇ ਅਸੀਂ ਜਾ ਕੇ ਉੱਥੇ ਕੈਨੇਡਾ ਦੇ ਵਿੱਚ ਆਵਾਜ਼ ਬੁਲੰਦ ਕੀਤੀ ਕਿ ਅਸੀਂ ਬਾਈ ਰੋਡ ਜਾਣਾ ਚਾਹੁੰਦੇ ਹਾਂ। ਤੇ ਉਸ ਵਕਤ ਇੱਕ ਮੁਸਲਮਾਨ ਵੀਰ ਨੇ ਅਮੀਰ ਖਾਨ, ਜਿਸ ਦਾ ਨਾਮ ਆ, ਕਿ ਉਸਨੇ ਸਾਨੂੰ ਇਹ ਬੱਸ ਸਪਾਂਸਰ ਕਰ ਦਿੱਤੀ। ਅਸੀਂ 31 ਅਗਸਤ ਨੂੰ ਇਹ ਜਿਹੜੀ ਬੱਸ ਸੀ ਟੋਰਾਂਟੋ ਤੋਂ 2000 ਕਿਲੋਮੀਟਰ ਹੈਲੀਫੈਕਸ ਤੋਂ ਅਸੀਂ ਸ਼ਿਪ ਕੀਤੀ ਇੰਗਲੈਂਡ ਤੱਕ। ਇੰਗਲੈਂਡ ਲਿਵਰਪੂਲ ਤੋਂ ਅਸੀਂ ਪਿਕਅਪ ਕੀਤਾ ਸੈਪਟੰਬਰ 13 ਨੂੰ। ਸੈਪਟੰਬਰ 13 ਤੋਂ ਅਸੀਂ ਫਿਰ ਜਰਨੀ ਆਪਣੀ ਸ਼ੁਰੂ ਕੀਤੀ। ਉਸ ਦਾ ਨਾਮ ਰੱਖਿਆ ਗਿਆ ਜਰਨੀ ਟੂ ਕਰਤਾਰਪੁਰ ਐਂਡ ਸੁਲਤਾਨਪੁਰ ਲੋਧੀ। ਇਹ ਦੋਏ ਜਗ੍ਹਾ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਸੀਗੀਆਂ। ਅਸੀਂ ਦੇਖੋ ਜੀ 17 ਕੰਟਰੀਆਂ ਕਰਕੇ ਆਏ, 21,000 ਕਿਲੋਮੀਟਰ ਕਰਕੇ ਆਏ ਹਾਂ, ਤੇ 8 ਸਾਡੇ ਮੈਂਬਰ ਸੀਗੇ। ਕੁਝ ਮੈਂਬਰ ਸਾਡੇ ਵਾਪਸ ਚਲੇ ਗਏ ਸੀਗੇ, ਉਹ ਮੁੜ ਕੇ ਫਿਰ ਇੱਥੇ ਸਾਨੂੰ ਮਿਲ ਗਏ। ਟੋਟਲ ਸਾਡੇ ਮੈਂਬਰ 15 ਸੀਗੇ। ਇੰਡੀਆ ਅਸੀਂ ਆਏ ਹਾਂ, ਅੱਜ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨਮਸਕਾਰ ਕੀਤਾ, ਬੜੀ ਖੁਸ਼ੀ ਮਿਲੀ ਆ। ਡਾਕਟਰ ਸਾਹਿਬ ਉਹਨਾਂ ਨੇ ਵੀ ਸੱਦ ਕੇ ਸਨਮਾਨਿਤ ਕੀਤਾ। ਸ਼੍ਰੋਮਣੀ ਪ੍ਰਬੰਧਕ ਸ਼੍ਰੋਮਣੀ ਕਮੇਟੀ ਦੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਅਜਿਹੀਆਂ ਯਾਤਰਾਵਾਂ ਵਿਸ਼ਵ ਵਿੱਚ ਸਿੱਖ ਪਛਾਣ ਨੂੰ ਉਭਾਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਉਹਨਾਂ ਕਿਹਾ, ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਸਮੇਂ ਬਹੁਤ ਸਾਰੇ ਇਤਿਹਾਸਕ ਕਦਮ ਚੁੱਕੇ ਗਏ। ਉਹਨਾਂ ਇਤਿਹਾਸਕ ਕਦਮਾਂ 'ਚੋਂ ਹਿਸਟਰੀ ਦਾ ਜਿਹੜਾ ਪਾਰਟ ਬਣੇ ਨੇ ਉਹ ਕੈਨੇਡਾ ਦੀ ਉਸ ਧਰਤੀ ਤੋਂ ਸ਼ੁਰੂ ਹੋਈ ਜਿੱਥੇ ਸਿੱਖੀ ਦਾ ਝੰਡਾ ਬਹੁਤ ਉੱਚਾ ਝੂਲ ਰਿਹਾ। ਉੱਥੋਂ ਸ਼ੁਰੂ ਕਰਨ ਵਾਲੇ ਨੇ ਸਰਦਾਰ ਗੁਰਚਰਨ ਸਿੰਘ ਜੀ ਬਨਵੈਤ, ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੇਮ ਕਰਕੇ ਗੁਰੂ ਦੀ ਭੈ ਭਾਵਨੀ ਦੇ ਵਿੱਚ, ਸ਼ਰਧਾ ਦੇ ਵਿੱਚ, ਸਤਿਕਾਰ ਦੇ ਵਿੱਚ ਇਹ ਬਹੁਤ ਲੰਬੀ ਕਠਿਨ ਯਾਤਰਾ ਸ਼ੁਰੂ ਕੀਤੀ ਸੀ। ਇਹ ਯਾਤਰਾ ਕਰਦਿਆਂ ਇਹਨਾਂ ਨੇ 17 ਦੇਸ਼ ਕਵਰ ਕੀਤੇ ਨੇ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਜੀ ਆਇਆਂ ਕਿਹਾ ਵਾ। ਅਸੀਂ ਕੁਝ ਨਹੀਂ ਕਰ ਸਕਦੇ। ਇਹਨਾਂ ਸਿੱਖਾਂ ਦੀ ਜਿਹੜੀ ਚਰਨ ਧੂੜ ਆ ਉਹ ਪਰਸਨ ਦੇ ਲਈ ਹਰ ਵੇਲੇ ਤਿਆਰ ਆ। ਜਿਹੜੀ ਇਹਨਾਂ ਦੀ ਭਾਵਨਾ ਵਾ ਉਹ ਬਹੁਤ ਪਾਕ ਪਵਿੱਤਰ ਆ। ਸਿੱਖਾਂ ਨੇ ਇਸ ਵੇਲੇ ਜਿਹੜਾ ਦੁਨੀਆ 'ਚ ਮੈਸੇਜ ਦਿੱਤਾ ਨਾ, ਜਿਹੜੀ ਹਰ ਸਿੱਖ ਅਰਦਾਸ ਕਰਦਾ ਸੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹਦਾ ਮੈਸੇਜ ਜਿਹੜਾ ਜਾਣਾ ਨਾ ਸਿੱਖਾਂ ਲਈ ਬਹੁਤ ਪੋਜ਼ਿਟਿਵ ਆ। ਮੈਂ ਸਮਝਦਾ ਕਿ ਸਿੱਖਾਂ ਨੇ ਰਲ ਮਿਲ ਕੇ ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਗੁਰਪੁਰਬ ਜਿਸ ਰੂਪ 'ਚ ਇਸ ਵਾਰ ਮਨਾਇਆ ਵਾ ਉਹ ਮੁਬਾਰਕਬਾਦ ਹੈ ਸਾਰਿਆਂ ਨੂੰ। ਇੱਕ ਯਾਤਰਾ ਜਿਹੜੀ ਕਿ ਕੈਨੇਡਾ ਤੋਂ ਚੱਲ ਕੇ ਪਿਛਲੇ 2 ਮਹੀਨਿਆਂ ਦਾ ਸਫ਼ਰ ਕਰਦੀ ਹੋਈ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਤੋਂ ਹੁੰਦੀ ਹੋਈ 7 ਸਮੁੰਦਰ ਪਾਰ ਸ਼੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੀ ਹੈ। ਉਸ ਤੋਂ ਉਪਰੰਤ ਸਤਿ ਸ਼੍ਰੀ ਅਕਾਲ ਚੈਰੀਟੇਬਲ ਟਰੱਸਟ ਬੰਬੇ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਬਾਰਡਰ ਤੇ ਉਹਨਾਂ ਦਾ ਸਤਿਕਾਰ ਕੀਤਾ ਗਿਆ। ਅੱਜ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਨੇ। ਇਸ ਤੋਂ ਉਪਰੰਤ
ਵੱਖ-ਵੱਖ ਥਾਵਾਂ ਤੋਂ ਹੁੰਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਦੇ ਹੋਏ ਇਹ ਯਾਤਰਾ ਬੰਬੇ ਪਹੁੰਚੇਗੀ। ਮੈਸੇਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਜਗ੍ਹਾ ਜਗ੍ਹਾ ਤੇ ਸੁਨੇਹਾ ਪਹੁੰਚਾਇਆ ਹੈ। ਉਹੀ ਇਹਨਾਂ ਦਾ ਮਕਸਦ ਸੀ। ਉਹ ਗੁਰੂ ਮਹਾਰਾਜ ਆਪ ਮਿਹਰ ਕਰੇ, ਇਹਨਾਂ ਦੀ ਸੇਵਾ ਥਾਏ ਪਾਵੇ। ਦੱਸਣਯੋਗ ਹੈ ਕਿ ਪੰਜਾਬ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨਾਂ ਮਗਰੋਂ ਇਹ ਯਾਤਰੀ ਮੁੰਬਈ ਤੋਂ ਵਾਪਿਸ ਕੈਨੇਡਾ ਲਈ ਰਵਾਨਾ ਹੋਣਗੇ। ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਹਿਤ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਟਾਹਲੀ ਸਾਹਿਬ ਵਿਖੇ ਆਯੋਜਿਤ ਇਸ ਸਮਾਗਮ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਉਪਰੰਤ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਅਤੇ ਕਵਿਸ਼ਰੀ ਜਥਿਆਂ ਨੇ ਸੰਗਤਾਂ ਨੂੰ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ। ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਵਿਖੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਹਿਤ ਬੀਤੇ ਦਿਨੀ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਅਟਾਰੀ ਸਾਹਿਬ ਵਿਖੇ ਆਯੋਜਿਤ ਇਸ ਸਮਾਗਮ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੋਂ ਬਾਅਦ ਅਰਦਾਸ ਕੀਤੀ ਗਈ। ਉਪਰੰਤ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਵਿਸ਼ਰੀ ਜਥਿਆਂ ਨੇ ਆਈਆਂ ਸੰਗਤਾਂ ਨੂੰ ਸਿੱਖ ਧਰਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ। ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਵਿੱਚ ਸਵੇਰ ਵੇਲੇ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਉਸ ਤੋਂ ਇਲਾਵਾ ਦਰਬਾਰ ਸਾਹਿਬ SGPC ਵੱਲੋਂ ਹਜ਼ੂਰੀ ਰਾਗੀ ਸਿੰਘਾਂ ਨੇ ਇੱਥੇ ਕੀਰਤਨ ਕੀਤਾ ਹੈ ਔਰ ਜੋ ਕਵੀਸ਼ਰ ਹਨ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਆਏ ਹਨ। ਇਸ ਮੌਕੇ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਜੋ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜੋ ਇਹਨਾਂ ਪੰਜਾਬ ਦੇ ਇਹਨਾਂ ਪਿੰਡਾਂ ਦੇ ਵਿੱਚੋਂ ਭਰਤੀ ਹੋ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਲਡ ਵਾਰ 1 ਤੇ ਵਰਲਡ ਵਾਰ 2 ਦੇ ਵਿੱਚ ਉਧਰ ਯੂਰਪ, ਅਫਰੀਕਾ, ਮਿਡਲ ਈਸਟ ਔਰ ਫਾਰ ਈਸਟ ਏਸ਼ੀਆ ਦੇ ਮੁਲਕਾਂ ਦੇ ਵਿੱਚ ਜਾ ਕੇ ਅੰਗਰੇਜ਼ਾਂ ਵੱਲੋਂ ਲੜੇ। ਉਹਨਾਂ ਦੇ ਅੱਜ ਇੱਥੇ ਪਰਿਵਾਰ ਵੀ ਆਏ ਹਨ ਜੋ ਸ਼ਹੀਦ ਹੋ ਗਏ ਹਨ ਇਹਨਾਂ ਦੋਨਾਂ ਯੁੱਧਾਂ ਦੇ ਵਿੱਚ ਔਰ ਉਸ ਤੋਂ ਇਲਾਵਾ ਜੋ ਫੱਟੜ ਹੋ ਗਏ ਹਨ ਉਹਨਾਂ ਦੇ ਪਰਿਵਾਰ ਵੀ ਇਸ ਸਮਾਗਮ ਦੇ ਵਿੱਚ ਆਏ ਹਨ ਔਰ ਜਿਹੜੇ ਜੇਲ੍ਹਾਂ ਦੇ ਵਿੱਚ ਉੱਥੇ ਜਰਮਨ ਦੀਆਂ ਜੇਲ੍ਹਾਂ ਦੇ ਵਿੱਚ 2.5 ਸਾਲ 3 ਸਾਲ ਕੈਦ ਰਹੇ ਨੇ ਉਹਨਾਂ ਦੇ ਪਰਿਵਾਰ ਵੀ ਇੱਥੇ ਆਏ ਨੇ। ਅਸੀਂ ਉਹਨਾਂ ਸਾਰਿਆਂ ਨੂੰ ਮਾਣ ਸਤਿਕਾਰ ਜੋ ਹੈ ਉਹ ਦੇਣਾ ਚਾਹੁੰਦੇ ਹਾਂ। ਤੇ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਰੀ ਰਹੇਗੀ ਸਾਡੀ ਇੱਕ ਖਾਸ ਧਾਰਮਿਕ ਪੇਸ਼ਕਸ਼। ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਸਰਪਤ ਗੁਰਦੁਆਰਾ ਗੁਰੂ ਸਾਗਰ ਸਾਹਿਬ ਤੋਂ ਖਾਲਸਾਈ ਜਾਹੋ ਜਲਾਲ ਦੇ ਨਾਲ ਆਰੰਭ ਹੋਇਆ ਗੁਰੂ ਮਾਨਿਓ ਗ੍ਰੰਥ ਚੇਤਨਾ ਮਾਰਚ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚੋਂ ਹੁੰਦਾ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ। ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਤੇ ਇਸ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਗੁਰਦੁਆਰਾ ਗੁਰਸਾਗਰ ਸਾਹਿਬ ਨੇੜੇ ਸੁਖਨਾ ਝੀਲ ਤੋਂ ਬੀਤੇ ਦਿਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਰੋਜ਼ਾ ਵਿਸ਼ਾਲ ਗੁਰੂ ਮਾਨਿਓ ਗ੍ਰੰਥ ਸ਼ਬਦ ਚੇਤਨਾ ਮਾਰਚ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੁੰਦਾ ਹੋਇਆ ਡੇਰਾ ਬਾਬਾ ਨਾਨਕ ਪਹੁੰਚਿਆ ਅਤੇ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਇਆ। ਇਸ ਮੌਕੇ ਗ੍ਰੰਥੀ ਸਿੰਘ ਨੇ 5 ਪਿਆਰਿਆਂ ਨੂੰ ਸਿਰੋਂ ਪਾਉ ਦੀ ਬਖਸ਼ਿਸ਼ ਕੀਤੀ ਤੇ ਨਗਰ ਕੀਰਤਨ ਨਾਲ ਚੱਲ ਰਹੇ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਦਾ ਸਨਮਾਨ ਕੀਤਾ। ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਿਆਂ ਦਰਸ਼ਨ ਕੀਤੇ ਤੇ ਪਰਿਕਰਮਾ ਕੀਤੀ। ਇਹ ਨਗਰ ਕੀਰਤਨ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ। ਇਸ ਨਗਰ ਕੀਰਤਨ ਦੀ ਸੰਪੂਰਨਤਾਈ ਦੀ ਅਰਦਾਸ ਕੀਤੀ ਗਈ। ਇਸ ਨਗਰ ਕੀਰਤਨ ਦੀ ਸਮੁੱਚੀ ਦੇਖਰੇਖ ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਕਰ ਰਹੇ ਸਨ, ਜਿਸ ਵਿੱਚ ਹਜ਼ਾਰਾਂ ਸੰਗਤਾਂ, ਬੀਬੀਆਂ, ਬੱਚੇ, ਬਜ਼ੁਰਗ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰਸਾਗਰ ਸਾਹਿਬ ਤੋਂ ਜੋ ਨਗਰ ਕੀਰਤਨ ਸੰਤ ਮਹਾਂਪੁਰਸ਼ ਬਾਬਾ ਪ੍ਰਿਤਪਾਲ ਸਿੰਘ ਜੀ ਵੱਲੋਂ ਜੋ ਰੰਭਿਆ ਗਿਆ ਸੀ, ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਵੱਖ-ਵੱਖ ਪੜਾਅ ਤੋਂ ਹੁੰਦਿਆਂ ਹੋਇਆ ਕੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਸੀ। ਸਮੁੱਚੀ ਸੰਗਤ ਨੇ ਖੁੱਲ੍ਹੇ ਦਰਸ਼ਨ ਦੀਦਾਰੇ ਕੀਤੇ ਅਤੇ ਅੱਜ ਜੋ ਨਗਰ ਕੀਰਤਨ ਵਾਪਸੀ ਤੇ ਗੁਰਦੁਆਰਾ ਸੁਖਸਾਗਰ ਸਾਹਿਬ ਜਾ ਰਿਹਾ ਹੈ।
ਮੈਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਅਤੇ ਸੰਤ ਮਹਾਂਪੁਰਸ਼ਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਇਸ ਤਰ੍ਹਾਂ ਹੀ ਪੰਥ ਦੀ ਕੌਮ ਦੀ ਸੇਵਾ ਕਰਦੇ ਹਨ। ਸੰਤ ਬਾਬਾ ਪ੍ਰਿਤਪਾਲ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਦਾ ਜਿੱਥੇ ਸਵਾਗਤ ਕੀਤਾ, ਉੱਥੇ ਨਾਲ ਹੀ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਨੂੰ ਮਿਲ ਬੈਠ ਕੇ ਸੰਗਤਾਂ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਕਾਨੂੰਨੀ ਪ੍ਰਕਿਰਿਆ ਸੁਖਾਲੀ ਬਣਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲ ਪ੍ਰਕਾਸ਼ ਦਿਵਸ ਦੀਆਂ ਸਾਰੇ ਨਾਨਕ ਨਾਮ ਲੇਵਾ ਨੂੰ, ਪੰਥ ਨੂੰ ਲੱਖਾਂ ਲੱਖਾਂ ਕਰੋੜਾਂ ਅਨੰਤ ਵਧਾਈਆਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਸਮਰਪਿਤ ਇੰਡੀਅਨ ਐਸੋਸੀਏਸ਼ਨ ਕਾਇਰੋਪ੍ਰੈਕਟਿਕ ਡਾਕਟਰਸ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ 3 ਦਿਨਾਂ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਸ਼੍ਰੀ ਗੁਰੂ ਰਾਮਦਾਸ ਸਰਾਂ ਵਿਖੇ ਲਗਾਏ ਗਏ ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 3500 ਦੇ ਕਰੀਬ ਲੋਕਾਂ ਦਾ ਮੁਫਤ ਮੈਡੀਕਲ ਚੈੱਕਅਪ ਕਰਕੇ ਉਹਨਾਂ ਨੂੰ ਦਵਾਈਆਂ ਵੰਡੀਆਂ ਗਈਆਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਡੀਅਨ ਐਸੋਸੀਏਸ਼ਨ ਕਾਇਰੋਪ੍ਰੈਕਟਿਕ ਡਾਕਟਰਸ IACD ਵੱਲੋਂ ਸ਼੍ਰੀ ਦਰਬਾਰ ਸਾਹਿਬ ਨਾਲ ਸੰਬੰਧਤ ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ ਵਿਖੇ 3 ਦਿਨਾਂ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਦਾ 3500 ਦੇ ਕਰੀਬ ਲੋਕਾਂ ਨੇ ਲਾਭ ਲਿਆ। ਦੱਸਣਯੋਗ ਹੈ ਕਿ ਕਾਇਰੋਪ੍ਰੈਕਟਿਕ ਇਲਾਜ ਪ੍ਰਣਾਲੀ ਨੂੰ ਪੂਰੇ ਵਿਸ਼ਵ ਅੰਦਰ ਉਭਾਰਨ ਲਈ ਇਹ ਸੰਸਥਾ ਯਤਨਸ਼ੀਲ ਹੈ। ਇਸ ਤਹਿਤ ਖਾਸ ਤੌਰ ਤੇ ਇਹ ਇਲਾਜ ਨਸਾਂ ਅਤੇ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਹੁੰਦਾ ਹੈ। ਇਸ ਅਨੁਸਾਰ ਬਿਨਾਂ ਦਵਾਈ ਤੋਂ ਪਿੱਠ, ਗਰਦਨ ਅਤੇ ਜੋੜਾਂ ਆਦਿ ਦੀ ਕਸਰਤ ਕਰਵਾਈ ਜਾਂਦੀ ਹੈ। ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਜਿਮੀ ਨੰਦਾ ਨੇ ਦੱਸਿਆ, 3000 ਪੇਸ਼ੈਂਟ ਆਏ ਥੇ ਐਂਡ ਆਲ ਵਿਦ ਸਪਾਈਨਲ ਪ੍ਰੋਬਲਮਸ, पेन प्रॉब्लम्स, कोई नस का ब्लॉकेज है, दैट इज़ आवर एक्सपर्टीज़। 99% आके ठीक हो रहा है। इंडिया में 16 सेंटर्स है, दिल्ली, बेंगलोर, मुंबई, गोवा, गुजरात, पर पंजाब नहीं है। अमृतसर और चंडीगढ़ प्लान है। इफ़ वी फाइंड द डॉक्टर्स टू मूव टू इंडिया, it will be in Chandigarh या अमृतसर। ये 20 doctors from many countries, UK, Canada, America, Spain, Germany, Italy, those are the main countries। हम यहाँ पे बेसिकली कायरोप्रैक्टिक सेवा करने आए हैं। बाबा जी का 558 बर्थडे था, तो उसकी उन्हीं की बर्थडे की सेलिब्रेशन में हम यहाँ कायरोप्रैक्टिक की सेवा कर रहे हैं। और कायरोप्रैक्टिक बेसिकली क्या है, हम आपके ब्रेन एंड स्पाइनल कॉर्ड की असेसमेंट करते हैं, देखते हैं कि या तो वो एनवायरनमेंट करके, पॉस्चर करके, जो अभी कभी खाना खाते हैं उसके करके आपके स्पाइनल कॉर्ड में कभी कभी मिसअलाइनमेंट, बोन इधर से हो सकती है या एनर्जी स्टोर हो सकती है इधर से उधर। तो हम बेसिकली व्हाट कायरोप्रैक्टर्स देखते हैं वो आप पूरा नर्वस सिस्टम, जो बेसिकली नसों की कभी कभी लोगों को दर्द हो जाती है, चाहे वो हाथ में है या पाँव है, तो उससे हम स्पाइन से पूरा चेकअप करते हैं, उसकी एडजस्टमेंट करते हैं ताकि लोगों का प्रॉपर दिमाग से और पूरी बॉडी की फंक्शन बेटर हो सके। बिकॉज़ आपका जो शरीर है वो बेसिकली इन दिमाग से, आपकी स्पाइन से, इसी नसों से चलता है। तो अगर उनमें प्रॉब्लम आ जाए कभी कभी, तो उसके करके आपको डिफरेंट इश्यूज़ हो सकते हैं। और मेडिसिन से हमेशा ठीक नहीं होता, मेडिसिन कवर अप करती हैं चीज़ें। तो हम जो सेवा कर रहे हैं कायरोप्रैक्टिक की, वो बेसिकली रूट कॉज, जो रूट जड़ है आपके शरीर में जो दर्द, उसको बेसिकली हटाते हैं स्पाइनल एडजस्टमेंट से। इस दौरान ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਦਾ ਇਹ ਯਤਨ ਮਨੁੱਖਤਾ ਦੇ ਭਲੇ ਲਈ ਹੈ ਅਤੇ ਲੋਕਾਂ ਨੂੰ ਇਸ ਤੋਂ ਲਾਭ ਲੈਣਾ ਚਾਹੀਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਪਿਛਲੇ 3 ਸਾਲਾਂ ਤੋਂ ਅਮਰੀਕਾ, ਕੈਨੇਡਾ, ਸਪੇਨ, ਜਰਮਨੀ ਦੇ ਜਿਹੜੇ ਕੈਰੋਪ੍ਰੈਕਟਿਸ ਦੇ ਮਾਹਰ ਡਾਕਟਰ ਨੇ ਉਹ ਆਣ ਕੇ ਕੈਂਪ ਲਗਾਉਂਦੇ ਨੇ। ਇਹਦੇ ਵਿੱਚ ਜਿਹੜੇ ਮਰੀਜ਼ ਨੇ ਉਹਨਾਂ ਨੂੰ ਫ੍ਰੀ ਚੈੱਕਅਪ ਕੀਤਾ ਜਾਂਦਾ ਤੇ ਫ੍ਰੀ ਉਹਨਾਂ ਦਾ ਇਲਾਜ ਕੀਤਾ ਜਾਂਦਾ। ਇਹਨਾਂ ਦੀ ਜਿਹੜੀ ਥੈਰੇਪੀ ਆ ਉਹਦੇ ਅਨੁਸਾਰ ਇਹ ਪੈਰਾਂ ਤੋਂ ਕੁਝ ਮੇਜਰ ਕਰਦੇ ਨੇ ਤੇ ਸਰੀਰ ਦੀ ਬੈਲੈਂਸ ਕਰ ਦਿੰਦੇ ਨੇ। ਉਹਦੇ ਵਿੱਚ ਡਾਕਟਰ ਅਮਿਤ ਜਿਮੀ ਨੰਦਾ ਖਾਸ ਕਰਕੇ ਕੈਨੇਡਾ ਤੋਂ ਆਉਂਦੇ ਆ ਤੇ ਇਹਨਾਂ ਦੇ ਨਾਲ ਇਹਨਾਂ ਦੀ ਸਾਰੀ ਟੀਮ ਬੜੀ ਭਾਵਨਾ ਦੇ ਨਾਲ ਸੇਵਾ ਕਰਦੀ ਆ। ਮੈਂ ਵੀ ਅੱਜ ਗਿਆ ਸੀ ਦੇਖਣ ਲਈ ਤੇ ਮੈਨੂੰ ਹੈਰਾਨੀ ਸੀ ਕਿ ਪੂਰਾ ਦਾ ਪੂਰਾ ਜਿਹੜਾ ਗੁਰੂ ਰਾਮਦਾਸ ਸਰਾਂ ਦਾ ਵਿਹੜਾ ਵਾ ਉਹ ਭਰਿਆ ਪਿਆ ਸੀ, ਲਾਈਨਾਂ ਲੱਗੀਆਂ ਸੀ ਤੇ ਮਰੀਜ਼ਾਂ ਨੂੰ ਬਹੁਤ ਸੈਟੀਸਫੈਕਸ਼ਨ ਆ। ਖਾਸ ਕਰਕੇ ਇਸ ਵਾਰ ਇਹਨਾਂ ਨੇ 4 ਦਿਨ ਕੈਂਪ ਲਾਇਆ ਤੇ ਲਗਭਗ 3000
ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਇਹਨਾਂ ਨੇ ਚੈੱਕਅਪ ਕੀਤਾ ਤੇ ਮਰੀਜ਼ ਜਿਹੜੇ ਨੇ ਉਹ ਬੜੇ ਹੀ ਤਸੱਲੀ ਮਹਿਸੂਸ ਕਰਦੇ ਆ। ਇਹਨਾਂ ਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਵੀ ਆਖਿਆ, ਇਹਨਾਂ ਦਾ ਸਤਿਕਾਰ ਵੀ ਕੀਤਾ ਤੇ ਆਸ ਕਰਦੇ ਹਾਂ ਕਿ ਅਗਲੇ ਸਾਲ 1 ਹਫ਼ਤੇ ਲਈ ਇਹ ਕੈਂਪ ਲਾਉਣਗੇ। ਮੇਰੇ ਸਰਵਾਈਕਲ ਦੀ ਪੂਰੀ ਸਵੇਰੇ ਮੈਂ ਉੱਠਦੀ ਸੀ ਤੇ ਮੇਰੇ ਜੋੜ ਵੀ ਜੁੜ ਜਾਂਦੇ ਸੀ, ਦਰਦ ਕਰਦੇ ਸੀ, ਪ੍ਰੋਬਲਮ ਹੁੰਦੀ ਸੀ ਉੱਠਣ 'ਚ। ਪਰ ਮੈਂ ਪਰਸੋਂ ਤੋਂ ਕੈਂਪ ਲੱਗਾ, ਟ੍ਰੀਟਮੈਂਟ ਕਰਵਾਈ ਹੈ, ਅੱਜ ਮੈਂ ਬਹੁਤ ਹੀ ਠੀਕ ਫੀਲ ਕਰ ਰਹੀ ਹਾਂ ਤੇ ਮੈਨੂੰ ਸਵੇਰੇ ਅੱਜ ਉੱਠਣ ਲੱਗੇ ਵੀ ਕੋਈ ਪ੍ਰੋਬਲਮ ਮਹਿਸੂਸ ਨਹੀਂ ਹੋਈ, ਕੋਈ ਪੇਨ ਨਹੀਂ ਹੋਈ, ਨਾ ਨੈਕ ਵਿੱਚ, ਨਾ ਆਰਮਸ ਵਿੱਚ, ਨਾ ਬੈਕ ਤੇ, ਨਾ ਬੈਠਣ ਦੇ ਵਿੱਚ ਕੋਈ ਪ੍ਰੋਬਲਮ ਹੋਈ ਹੈ। ਮੇਰੀ ਪ੍ਰੋਬਲਮ ਇਹ ਸੀਗੀ ਵੀ ਮੇਰੀ ਜਿਹੜੀ ਗਰਦਨ ਹੈ ਨਾ, ਇਹਦੀ ਡਿਸਕ ਜਿਹੜੀ ਹੈ ਬਹੁਤ ਹੀ ਦਰਦ ਕਰ ਰਹੀ ਹੈ, 6 ਮਹੀਨਿਆਂ ਤੋਂ ਦਰਦ ਕਰ ਰਹੀ ਸੀ। ਇਸ ਕਰਕੇ ਇਹਨਾਂ ਨੇ ਮੈਡਮ ਨੇ ਮੈਨੂੰ ਪਤਾ ਲੱਗਾ ਵੀ ਇੱਥੇ ਕੈਂਪ ਲੱਗਾ। ਜੋ ਮੈਂ ਇੱਥੇ ਆਇਆ ਤਾਂ ਮੈਡਮ ਸਾਹਿਬ ਨੇ ਮਿਲੇ, ਇਹਨਾਂ ਨੇ ਬਿਲਕੁਲ ਠੀਕ ਕੀਤਾ ਮੈਨੂੰ। ਹੁਣ ਮੇਰੀ ਗਰਦਨ ਬਿਲਕੁਲ ਠੀਕ ਠਾਕ ਹੈ, ਕੋਈ ਪ੍ਰੋਬਲਮ ਨਹੀਂ ਆ ਰਹੀ। ਸਾਡੇ ਇਸ ਪ੍ਰੋਗਰਾਮ ਵਿੱਚ ਸਾਡੀ ਇਹ ਭਰਪੂਰ ਕੋਸ਼ਿਸ਼ ਰਹਿੰਦੀ ਕਿ ਸਾਰੇ ਹਫਤੇ ਦੀਆਂ ਪੰਥਕ ਸਰਗਰਮੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਈਏ। ਸਾਡੇ ਇਸ ਪ੍ਰੋਗਰਾਮ ਸੰਬੰਧੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਤੁਸੀਂ ਕੋਈ ਰਾਏ, ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਮੇਲ ਕਰੋ feedback@ptcnetwork.tv ਤੇ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਸਿੱਖ ਸਰਗਰਮੀਆਂ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।